ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ, ਅੱਜ ਆਪਾਂ ਗੱਲ ਕਰਾਂਗੇ ਯੂਨੀਫਾਰਮ ਸਿਵਲ ਕੋਡ ਦੇ ਬਾਰੇ। ਇਸ ਵੇਲੇ ਕਈ ਦਿਨਾਂ ਤੋਂ ਲਗਾਤਾਰ ਬੜੀ ਚਰਚਾ ਹੋ ਰਹੀ ਆ ਕਿ ਕੇਂਦਰ ਸਰਕਾਰ ਵੱਲੋਂ ਯੂਨੀਫਾਰਮ ਸਿਵਲ ਕੋਡ ਜਿਹੜਾ ਹੈ ਉਹ ਇੰਪਲੀਮੈਂਟ ਕੀਤਾ ਜਾ ਰਿਹਾ, ਉਸ ਨੂੰ ਲਾਗੂ ਕੀਤਾ ਜਾ ਰਿਹਾ। ਮੈਂ ਸੌਖੇ ਸ਼ਬਦਾਂ 'ਚ ਪਹਿਲਾਂ ਇਹ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਯੂਨੀਫਾਰਮ ਸਿਵਲ ਕੋਡ ਹੈ ਕਿ UCC। ਵਾਟ ਇਜ਼ UCC? UCC ਜਾਂ ਯੂਨੀਫਾਰਮ ਸਿਵਲ ਕੋਡ ਤੋਂ ਭਾਵ ਆ ਕਿ ਇੱਕ ਅਜਿਹੇ ਕਾਨੂੰਨ ਬਣਾਏ ਜਾਣ, ਸੈਟ ਆਫ ਲਾਜ਼, ਜਿਹੜਾ ਤੁਹਾਡੇ ਪਰਸਨਲ ਮੈਟਰਸ ਨੂੰ ਡੀਲ ਕਰੇ। ਪਰਸਨਲ ਮੈਟਰਸ ਕਿਹੜੇ? ਜਿਵੇਂ ਮੈਰਿਜ, ਜਿਵੇਂ ਡਾਈਵੋਰਸ, ਤਲਾਕ, ਇਨਹੈਰੀਟੈਂਸ, ਜੱਦੀ ਪੁਸ਼ਤੀ ਜਾਇਦਾਦ ਸੰਬੰਧੀ, ਅਡਾਪਸ਼ਨ ਸੰਬੰਧੀ, ਭਾਵ ਅਗਰ ਤੁਸੀਂ ਕੋਈ ਬੱਚਾ ਗੋਦ ਲੈਣਾ, ਸਾਰੇ ਦੇਸ਼ ਦੇ ਨਾਗਰਿਕਾਂ ਦੇ ਲਈ ਇਹਨਾਂ ਨਿੱਜੀ ਮਸਲਿਆਂ ਪ੍ਰਤੀ, ਜਿਵੇਂ ਵਿਆਹ, ਜਿਵੇਂ ਤਲਾਕ, ਜਿਵੇਂ ਜੱਦੀ ਪੁਸ਼ਤੀ ਜਾਇਦਾਦ, ਜਿਵੇਂ ਬੱਚੇ ਦੀ ਗੋਦ ਭਰਾਈ, ਕਿ ਸਾਰਿਆਂ ਨਾਗਰਿਕਾਂ ਲਈ ਇੱਕ ਸਾਂਝਾ ਕਾਨੂੰਨ ਬਣਾਇਆ ਜਾਵੇ ਜਿਸ ਨੂੰ ਯੂਨੀਫਾਰਮ ਸਿਵਲ ਕੋਡ ਕਿਹਾ ਜਾਂਦਾ ਜਾਂ UCC ਆਖਿਆ ਜਾਂਦਾ। ਔਰ ਇਹ ਕਾਨੂੰਨ ਬਣਾਉਣ ਵੇਲੇ ਸਾਰੇ ਨਾਗਰਿਕਾਂ ਤੇ ਇੱਕਸਾਰ ਲਾਗੂ ਕਰਨ ਵੇਲੇ ਇਹ ਨਹੀਂ ਕੋਈ ਮੱਦੇ ਨਜ਼ਰ ਰੱਖਿਆ ਜਾਊਗਾ ਕਿ ਉਹਨਾਂ ਦੀ ਰਿਲੀਜੀਅਸ ਬੈਕਗਰਾਉਂਡ ਕੀ ਆ, ਉਹਨਾਂ ਦੀ ਕਲਚਰਲ ਬੈਕਗਰਾਉਂਡ ਕੀ ਆ, ਕਿਹੜੇ ਧਰਮ ਦੇ ਨੇ, ਕਿਹੜੀ ਕੌਮੀਅਤ ਦੇ ਨੇ, ਕਿਹੜੇ ਮਜ਼ਹਬ ਦੇ ਨੇ, ਕਿਹੜੇ ਉਹ ਸੱਭਿਆਚਾਰ ਨੂੰ ਬਿਲੋਂਗ ਕਰਦੇ ਨੇ। ਬੁਨਿਆਦੀ ਤੌਰ ਤੇ ਜਿਹੜਾ UCC ਦਾ ਸਿਧਾਂਤ ਦੱਸਿਆ ਜਾ ਰਿਹਾ, ਦਾ ਪ੍ਰਿੰਸੀਪਲ ਦੱਸਿਆ ਜਾ ਰਿਹਾ ਕਿ ਇਹ ਇਸ ਸਿਧਾਂਤ ਤੇ ਗੱਲ ਖੜੀ ਹੈ ਕਿ ਇਕੁਐਲਿਟੀ ਜਿਹੜੀ ਹੈ ਲਾਗੂ ਕੀਤੀ ਜਾਵੇ, ਸਮਾਨਤਾ ਲਾਗੂ ਕੀਤੀ ਜਾਵੇ। ਭਾਵ ਕੀ ਹੈ ਕਿ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਸਾਰੇ ਜਿੰਨੇ ਦੇਸ਼ ਦੇ ਨਾਗਰਿਕ ਨੇ ਭਾਰਤ ਵਿੱਚ ਰਹਿਣ ਵਾਲੇ, ਉਹ ਇੱਕੋ ਐਂਗਲ ਤੋਂ ਇੱਕੋ ਸਮਾਨਤਾ ਨਾਲ ਦੇਖੇ ਜਾਣ। ਇਹਦੇ ਨਾਲ ਕੀ ਹੋਏਗਾ ਕਿ ਜਿੰਨੇ ਸਾਡੇ ਜਿਹੜੇ ਪਰਸਨਲ ਲਾਜ਼ ਐਗਜ਼ਿਸਟ ਕਰਦੇ ਨੇ ਇਹਨਾਂ ਗੱਲਾਂ ਪ੍ਰਤੀ, ਉਹਨਾਂ ਸਾਰਿਆਂ ਨੂੰ ਇਹ ਲਾਅ ਸੁਪਰਸੀਡ ਕਰ ਜਾਏਗਾ, ਉਹ ਖਤਮ ਹੋ ਜਾਣਗੇ, ਇਹ ਲਾਅ ਜਿਹੜਾ ਹੈ ਲਾਗੂ ਮੰਨਿਆ ਜਾਊਗਾ। ਹੁਣ ਤੱਕ ਅਸੀਂ ਕੀ ਦੇਖਦੇ ਹਾਂ ਨਾ, ਇਕੱਲਾ ਹਿੰਦੁਸਤਾਨ ਨਹੀਂ, ਕਈ ਹੋਰ ਦੇਸ਼ਾਂ ਦੇ ਵਿੱਚ ਵੀ ਜਿਹੜਾ ਪਰਸਨਲ ਲਾਜ਼ ਨੇ, ਚਾਹੇ ਉਹ ਮੈਰਿਜ ਨਾਲ, ਡਾਈਵੋਰਸ ਨਾਲ, ਇਨਹੈਰੀਟੈਂਸ ਨਾਲ, ਉਹ ਸਾਡੀਆਂ ਰਿਲੀਜੀਅਸ, ਸਾਡੀਆਂ ਕਲਚਰਲ ਜਿਹੜੀਆਂ ਟ੍ਰੈਡੀਸ਼ਨਸ ਨੇ ਜਾਂ ਕਸਟਮਸ ਨੇ, ਉਹਨਾਂ ਰਾਹੀਂ ਗਵਰਨ ਹੁੰਦੇ ਨੇ। ਤੋਂ ਭਾਵ ਕੀ ਸੀ ਕਿ ਜਿੰਨੀਆਂ ਵੀ ਵੱਖ-ਵੱਖ ਰਿਲੀਜੀਅਸ ਕਮਿਊਨਿਟੀਜ਼ ਹੈਗੀਆਂ ਨੇ, ਉਹਨਾਂ ਦਾ ਆਪਣਾ ਸੈੱਟ ਆਫ ਲਾਜ਼ ਸੀ। ਉਹ ਚਾਹੇ ਹਿੰਦੂ ਨੇ, ਮੁਸਲਮਾਨ ਨੇ, ਕ੍ਰਿਸਚਨ ਨੇ, ਸਿੱਖ ਨੇ, ਮਤਲਬ ਉਹ ਆਪਣੇ ਪਰਸਨਲ ਲਾਜ਼ ਦੇ ਆਧਾਰ ਤੇ ਜਿਹੜਾ ਸੀ ਇਹ ਸਾਰੇ ਕਾਰਜ ਕਰਦੇ ਸੀ। ਤੇ UCC ਨੂੰ ਇੰਪਲੀਮੈਂਟ ਕਰਨ ਦੇ ਪਿੱਛੇ ਕਿ ਸਾਰੇ ਨਾਗਰਿਕਾਂ ਤੇ ਅਸੀਂ ਲਾਗੂ ਕਰਨਾ, ਕਿ ਇਹਦਾ ਸਾਡਾ ਮਕਸਦ ਇਹ ਆ ਜੀ ਕਿ ਇਹਦੇ ਨਾਲ ਇਕੁਐਲਿਟੀ ਤੇ ਜਸਟਿਸ ਪ੍ਰਮੋਟ ਹੋਏਗਾ। ਜਿਹੜੇ ਬੰਦੇ UCC ਦੇ ਹੱਕ ਦੇ ਵਿੱਚ ਗੱਲ ਕਰਦੇ ਨੇ, ਉਹ ਇਹ ਕਹਿੰਦੇ ਆ ਕਿ ਜਿਹੜੀ ਧਰਮ ਜਾਂ ਕਿਸੇ ਵੀ ਹੋਰ ਐਂਗਲ ਤੋਂ ਡਿਸਕ੍ਰਿਮੀਨੇਸ਼ਨ ਆ, ਉਹ ਇਹਦੇ ਨਾਲ ਖਤਮ ਹੋ ਜਾਏਗੀ। ਇਹਦੇ ਨਾਲ ਨੈਸ਼ਨਲ ਯੂਨਿਟੀ ਵਧੇਗੀ, ਲੋਕਾਂ ਦੇ ਵਿੱਚ ਕਨੈਕਟੀਵਿਟੀ ਵਧੇਗੀ, ਸਾਰੇ ਨਾਗਰਿਕਾਂ ਨੂੰ ਇੱਕੋ ਜਿਹੇ ਅਧਿਕਾਰ ਮਿਲਣਗੇ, ਉਹਨਾਂ ਨੂੰ ਇੱਕੋ ਜਿਹੇ ਮੌਕੇ ਮਿਲਣਗੇ, ਭਾਵੇਂ ਉਹ ਕਿਸੇ ਵੀ ਰਿਲੀਜੀਅਸ ਐਫੀਲੀਏਸ਼ਨ ਦੇ ਨਾਲ ਹੋਵੇ। ਉਹ ਇਹ ਵੀ ਕਹਿੰਦੇ ਨੇ ਕਿ ਇਹਦੇ ਨਾਲ ਜਿਹੜਾ ਲੀਗਲ ਪ੍ਰੋਸੀਜਰਸ ਨੇ ਉਹ ਸਰਲ ਹੋਣਗੇ, ਕਾਨੂੰਨ ਦੀਆਂ ਗੁੰਝਲਤਾਵਾਂ ਘਟਣਗੀਆਂ, ਕਿਉਂਕਿ ਜਦੋਂ ਕਈ ਤਰ੍ਹਾਂ ਦੇ ਕਹਿੰਦੇ ਪਰਸਨਲ ਲਾਜ਼ ਨੇ, ਉਹਦੇ ਨਾਲ ਕੀ ਹੁੰਦਾ, ਉਹਦੇ ਨਾਲ ਵੱਖ-ਵੱਖ ਗੁੰਝਲਤਾਵਾਂ ਪੈਦਾ ਹੁੰਦੀਆਂ ਨੇ। ਪਰ ਇਸ ਯੂਨੀਫਾਰਮ ਸਿਵਲ ਕੋਡ ਦੇ ਵਿਰੋਧ ਦੇ ਵਿੱਚ ਜਿਹੜੇ ਗੱਲ ਕਰਦੇ ਨੇ, ਉਹ ਇਹ ਕਹਿੰਦੇ ਨੇ ਕਿ ਇਹਦੇ ਨਾਲ ਸਾਡੀ ਜਿਹੜੀ ਰਿਲੀਜੀਅਸ ਫਰੀਡਮ ਹੈ, ਜਿਹੜੀ ਕਲਚਰਲ ਡਾਈਵਰਸਿਟੀ ਹੈ, ਉਹ ਖਤਮ ਹੋ ਜਾਏਗੀ। ਕਿਉਂਕਿ ਜਿਹੜੇ ਪਰਸਨਲ ਲਾ ਨੇ, ਜਿਹੜੇ ਨਿੱਜੀ ਕਾਨੂੰਨ ਨੇ, ਜਿਹੜੇ ਨਿੱਜੀ ਮਾਮਲਿਆਂ ਨਾਲ ਸੰਬੰਧਿਤ ਕਾਨੂੰਨ ਨੇ, ਉਹ ਬੁਨਿਆਦੀ ਤੌਰ ਤੇ ਸਾਡੀਆਂ ਰਿਲੀਜੀਅਸ ਪ੍ਰੈਕਟਿਸਿਸ ਦੇ ਵਿੱਚੋਂ ਨਿਕਲੇ ਹੋਏ ਨੇ, ਸਾਡੇ ਸੱਭਿਆਚਾਰ ਦੇ ਵਿੱਚੋਂ, ਸਾਡੀ ਸੰਸਕ੍ਰਿਤੀ ਦੇ ਵਿੱਚੋਂ ਨਿਕਲੇ ਹੋਏ ਨੇ। ਤੇ ਮਹਿਸੂਸ ਕੀ ਕੀਤਾ ਜਾ ਰਿਹਾ ਕਿ ਜੇ ਇਹ ਯੂਨੀਫਾਰਮ ਸਿਵਲ ਕੋਡ ਲਾਗੂ ਹੋ ਜਾਂਦਾ ਤਾਂ ਇਹਦੇ ਨਾਲ ਜਿਹੜੀ ਸਾਡੀ ਯੂਨੀਕ ਆਈਡੈਂਟੀਟੀ ਹੈ, ਸਾਡੀਆਂ ਯੂਨੀਕ ਟ੍ਰੈਡੀਸ਼ਨਸ ਨੇ, ਉਹ ਖਤਮ ਹੋ ਜਾਣਗੀਆਂ ਵੱਖ-ਵੱਖ ਧਰਮਾਂ ਦੀਆਂ। ਜਦੋਂ ਅਸੀਂ ਇਹਨੂੰ ਭਾਰਤੀ ਸੰਦਰਭ ਦੇ ਵਿੱਚ ਦੇਖਦੇ ਹਾਂ ਤਾਂ ਬਿਨਾਂ ਸ਼ੱਕ ਸਾਡੇ ਕੌਨਸਟੀਟਿਊਸ਼ਨ ਦੀ ਜਿਹੜਾ ਆਰਟੀਕਲ 44 ਹੈ ਔਰ ਡਾਇਰੈਕਟਿਵ ਪ੍ਰਿੰਸੀਪਲ ਨੇ, ਉਹਦੇ ਵਿੱਚ ਇਹ ਗੱਲ ਕੀਤੀ ਗਈ ਸੀ ਕਿ ਐਨੈਕਟਮੈਂਟ ਜਿਹੜੀ ਆ ਕੀਤੀ ਜਾਵੇ ਰਿਗਾਰਡਿੰਗ ਯੂਨੀਫਾਰਮ ਸਿਵਲ ਕੋਡ। ਪਰੰਤੂ ਇਹ ਬੜੇ ਲੰਮੇ ਸਮੇਂ ਤੋਂ ਬੜਾ ਕੰਟੈਂਸ਼ੀਅਸ ਇਸ਼ੂ ਜਿਹੜਾ ਰਿਹਾ, ਬੜਾ
पेचीदा मामला ये रहा ਵੱਖ-ਵੱਖ डाइवर्स रिलीजियस ਤੇ कल्चरल फैब्रिक ਸਾਡੇ देश ਦਾ ਹੈਗਾ ਤੇ ਇਹਨੂੰ ਕਿਸੇ ਨੇ ਲਾਗੂ नहीं ਕੀਤਾ। हिंदुस्तान ਦੇ ਕਾਨੂੰਨ ਕਮਿਸ਼ਨ ਨੇ ਵੀ ਪਿਛਲੇ ਸਮੇਂ 'ਚ ਇਹਦਾ ਐਨਾਲਿਸਿਸ ਕੀਤਾ ਸੀਗਾ। ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਇਹਨੂੰ ਬਹੁਤਾ ਲਾਗੂ ਕਰਨ ਦੀ ਅਜੇ ਕੋਈ ਲੋੜ ਨਹੀਂ ਜਾਪਦੀ। ਭਾਰਤ ਸਰਕਾਰ ਨੇ ਜੇ ਲਾਗੂ ਇਸ ਨੂੰ ਨਹੀਂ ਕੀਤਾ, ਪਰ ਇਹ ਚਰਚਾ ਚੱਲ ਪਈ ਹੈ ਕਿ ਇਸ ਨੂੰ ਲਾਗੂ ਕੀਤਾ ਜਾ ਰਿਹਾ। ਇਹ ਫਰਾਂਸ ਦੇ ਵਿੱਚ ਵੀ ਕਾਨੂੰਨ ਚੱਲ ਰਿਹਾ ਇਸ ਵੇਲੇ, ਕੁਝ ਹੋਰ ਦੇਸ਼ਾਂ ਦੇ ਵਿੱਚ ਵੀ ਚੱਲ ਰਿਹਾ, ਪਰ ਭਾਰਤ ਦੇ ਵਿੱਚ ਹੁਣ ਇਸ ਨੂੰ ਲਾਗੂ ਕਰਨ ਦੇ ਨਾਲ ਹੀ ਜਦੋਂ ਇਸ ਦੀ ਗੱਲ ਤੁਰੀ ਆ ਤਾਂ ਇਹਦੀਆਂ ਵਿਰੋਧਤਾਵਾਂ ਮਾਈਨੋਰਿਟੀ ਕਮਿਊਨਿਟੀਜ਼ ਦੁਆਰਾ ਹੋ ਰਹੀਆਂ ਨੇ। ਬਿਨਾਂ ਸ਼ੱਕ ਮਾਈਨੋਰਿਟੀ ਕਮਿਊਨਿਟੀਜ਼ ਦੀ ਜਿਹੜੀ ਆਇਡੈਂਟੀਟੀ ਹੈ ਉਹ ਧਾਰਮਿਕ ਆਇਡੈਂਟੀਟੀ, ਉਹਨਾਂ ਦੀ ਸੱਭਿਆਚਾਰਕ ਆਇਡੈਂਟੀਟੀ, ਉਹਨਾਂ ਦੀ ਜਿਹੜੀ ਹੈ ਸੰਸਕ੍ਰਿਤੀ, ਉਹਨਾਂ ਦੀਆਂ ਵੈਲਿਊਜ਼, ਉਹਨਾਂ ਦੇ ਟ੍ਰੈਡੀਸ਼ਨਸ, ਉਹਨਾਂ ਦੀਆਂ ਕਸਟਮਸ ਸਿਵਲ ਕੋਡ ਦੇ ਨਾਲ ਅਫੈਕਟ ਤਾਂ ਹੋਣਗੀਆਂ ਜਦੋਂ ਇਹ ਸਾਂਝਾ ਕਾਮਨ ਸਿਵਲ ਕੋਡ, ਯੂਨੀਫਾਰਮ ਸਿਵਲ ਕੋਡ ਆਏਗਾ। ਅਸੀਂ ਜਦੋਂ ਭਾਰਤ ਦੀ ਗੱਲ ਕਰਦੇ ਹਾਂ ਤਾਂ ਅਕਸਰ ਇਹ ਕਹਿੰਦੇ ਸੀ, ਹਮੇਸ਼ਾ ਹੀ ਕਿਹਾ ਜਾਂਦਾ ਰਿਹਾ, ਅਨੇਕਤਾ 'ਚ ਏਕਤਾ ਭਾਰਤ ਦੀ ਵਿਸ਼ੇਸ਼ਤਾ। ਇਹ ਵੀ ਕਿਹਾ ਜਾਂਦਾ ਕਿ ਭਾਰਤ ਇੱਕ ਬਹੁਤ ਖੂਬਸੂਰਤ ਗੁਲਦਸਤਾ ਜਿਸ ਵਿੱਚ ਵੱਖ-ਵੱਖ ਰੰਗਾਂ ਦੇ ਫੁੱਲ ਖਿਲੇ ਹੋਏ ਨੇ। ਥੋੜੀ ਜਿਹੀ ਕਲਪਨਾ ਕਰੋ, ਅਗਰ ਸਾਰੇ ਗੁਲਦਸਤੇ ਵਿੱਚ ਇੱਕੋ ਹੀ ਰੰਗ ਹੋ ਜਾਵੇ ਤਾਂ ਉਹ ਯਕੀਨਨ ਤੌਰ ਤੇ ਦੂਜਿਆਂ ਦੀ ਜਿਹੜੀ ਹੋਂਦ ਹੈ, ਐਗਜ਼ਿਸਟੈਂਸ ਹੈ, ਉਹਨਾਂ ਦੇ ਅਕੀਦੇ ਨੇ ਉਹਨਾਂ ਨੂੰ ਸੱਟ ਤਾਂ ਮਾਰੇਗਾ। ਇਹ ਵੀ ਕਿਹਾ ਜਾ ਰਿਹਾ ਕਿ ਜੇ ਅਸੀਂ ਸਾਡੇ ਪਰਸਪੈਕਟਿਵ ਤੋਂ ਦੇਖਦੇ ਹਾਂ, ਸਿੱਖ ਨਜ਼ਰੀਏ ਤੋਂ ਗੱਲ ਕਰਦੇ ਹਾਂ, ਤਾਂ ਇਹ ਗੱਲ ਵੀ ਚੱਲਦੀ ਹੈ ਕਿ ਫੌਰੀ ਤੌਰ ਤੇ ਇਹ ਭਾਵੇਂ ਕੋਈ ਬਹੁਤ ਵੱਡੀ ਸਾਨੂੰ ਨੁਕਸਾਨ ਨਾ ਪਹੁੰਚਾਵੇ, ਕਿਉਂਕਿ ਆਨੰਦ ਮੈਰਿਜ ਐਕਟ ਸਾਡਾ ਅਜੇ ਕਿਤੇ ਬਹੁਤਾ ਲਾਗੂ ਨਹੀਂ ਹੋਇਆ। ਆਨੰਦ ਮੈਰਿਜ ਐਕਟ ਦੇ ਵਿੱਚ ਕੋਈ ਤਲਾਕ ਦੀ, ਅਡਾਪਸ਼ਨ ਦੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ। ਅਜੇ ਸਾਡੇ ਤਲਾਕ, ਅਜੇ ਸਾਡੇ ਜਿਹੜੇ ਜੱਦੀ ਜਾਇਦਾਦ ਸੰਬੰਧੀ ਹੈ, ਇਹ ਸਾਰਾ ਕੁਝ ਹਿੰਦੂ ਐਕਟਾਂ ਦੇ ਅਧੀਨ ਹੀ ਕੀਤਾ ਜਾ ਰਿਹਾ। ਪਰ ਗੱਲ ਇੱਥੇ ਮੁੱਕਣ ਵਾਲੀ ਨਹੀਂ। ਅਗਰ ਇਹ ਲਾਗੂ ਹੁੰਦਾ ਤਾਂ ਇਹਦੇ ਨਾਲ ਮੁੱਢ ਵੱਜ ਜਾਏਗਾ ਹੋਰ ਵੱਖ-ਵੱਖ ਕਿਸਮ ਦੀ ਯੂਨੀਫਾਰਮੇਸ਼ਨ ਕਰਨ ਦੇ ਵਿੱਚ। ਸਾਨੂੰ ਯਾਦ ਰੱਖਣਾ ਚਾਹੀਦਾ, ਦੇਖੋ ਇਹ ਗੱਲ ਤਾਂ ਵਿਚਾਰਨੀ ਪਏਗੀ ਕਿ ਜਿਹੜੀ ਡਿਸਟਿੰਕਟ ਐਂਟੀਟੀਜ਼ ਨੇ, ਜਿਹੜੀਆਂ ਡਿਫਰੈਂਟ ਆਈਡੈਂਟੀਟੀਜ਼ ਨੇ, ਜਿਹੜੀਆਂ ਯੂਨੀਕ ਆਈਡੈਂਟੀਟੀਜ਼ ਨੇ, ਜਿਹੜੇ ਧਰਮ ਨੇ, ਜਿਹੜੇ ਸੱਭਿਆਚਾਰ ਨੇ, ਹਿੰਦੁਸਤਾਨ ਬੜੀ ਖੂਬਸੂਰਤੀ ਦੇ ਨਾਲ ਇਸ ਸਿਸਟਮ ਦੇ ਵਿੱਚ ਵਿਚਰ ਰਿਹਾ ਸੀ। ਇਹ ਨਾ ਹੋਵੇ ਕਿ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਨਾਲ ਸਮੁੱਚੇ ਮੁਲਕ ਦੇ ਵਿੱਚ ਸਾਰਾ ਤਾਣਾ ਬਾਣਾ ਅਸਤ ਵਿਅਸਤ ਹੋ ਜਾਵੇ, ਲੋਕਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਤਣਾਅ ਪੈਦਾ ਹੋ ਜਾਣ, ਦੇਸ਼ ਦੇ ਇੱਕ ਬਹੁਤ ਵਧੀਆ ਏਕਤਾ ਵਾਲੇ ਮਾਹੌਲ ਨੂੰ ਸੱਟ ਵੱਜੇ। ਅਜਿਹੇ ਫੈਸਲੇ ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਕਿ ਜਦੋਂ ਵੀ ਕੋਈ ਇਹੋ ਜਿਹੇ ਵੱਡੇ ਫੈਸਲੇ ਲਏ ਜਾਣ, ਇਹ ਬਹੁਤ ਵੱਡੇ ਡਾਇਲੌਗ ਦੇ ਨਾਲ ਲੈਣੇ ਚਾਹੀਦੇ ਨੇ, ਸੰਵਾਦ ਰਚਾਇਆ ਜਾਣਾ ਚਾਹੀਦਾ। ਜਿਨ੍ਹਾਂ ਕਮਿਊਨਿਟੀਜ਼ ਨੂੰ ਅਫੈਕਟ ਕੀਤਾ ਜਾਊਗਾ ਉਹਨਾਂ ਨਾਲ ਸੰਵਾਦ ਰਚਾਇਆ ਜਾਣਾ ਚਾਹੀਦਾ, ਵਿਚਾਰ ਵਿਮਰਸ਼ ਕੀਤੇ ਜਾਣੇ ਚਾਹੀਦੇ ਨੇ, ਫਿਰ ਹੀ ਅਜਿਹੇ ਫੈਸਲੇ ਲਾਗੂ ਕੀਤੇ ਜਾਣੇ ਚਾਹੀਦੇ ਨੇ, ਕਿਉਂਕਿ ਲੌਂਗ ਰਨ ਦੇ ਵਿੱਚ ਇਹਨੇ ਸਾਰੀਆਂ ਮਾਈਨੋਰਿਟੀ ਕਮਿਊਨਿਟੀਜ਼ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਨੁਕਸਾਨ ਪਹੁੰਚਾਉਣਾ। ਕੁਝ ਨੂੰ ਤੁਰੰਤ ਵੀ ਪਹੁੰਚਾਏਗੀ ਔਰ ਕੁਝ ਨੂੰ ਯੂਨੀਫਾਰਮ ਸਿਵਲ ਕੋਡ ਜਿਹੜਾ ਹੈ ਲੌਂਗ ਰਨ ਦੇ ਵਿੱਚ ਵੀ ਨੁਕਸਾਨ ਪਹੁੰਚਾ ਸਕਦਾ। ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ। ਵਿਚਾਰ ਹੋਣਾ ਚਾਹੀਦਾ, ਸੰਵਾਦ ਹੋਣਾ ਚਾਹੀਦਾ, ਡਿਬੇਟ ਹੋਣੀ ਚਾਹੀਦੀ ਆ ਕਿ ਕਿਤੇ ਇਕੁਐਲਿਟੀ ਅਤੇ ਜਸਟਿਸ ਪ੍ਰਮੋਟ ਕਰਨ ਦੇ ਨਾਂ ਦੇ ਉੱਤੇ ਅਸੀਂ ਜਿਹੜੇ ਸਾਡੇ ਦੇਸ਼ ਦੇ ਘੱਟ ਗਿਣਤੀ ਲੋਕ ਨੇ ਉਹਨਾਂ ਨੂੰ ਰਿਪਰੈਸ ਤਾਂ ਨਹੀਂ ਕਰ ਰਹੇ, ਉਹਨਾਂ ਨੂੰ ਡਿਪਰੈਸ਼ਨ ਵਿੱਚ ਤਾਂ ਨਹੀਂ ਭੇਜ ਰਹੇ, ਉਹਨਾਂ ਦੇ ਉੱਤੇ ਕੋਈ ਅਜਿਹੀਆਂ ਜਿਹੜੀਆਂ ਕਾਰਵਾਈਆਂ ਤਾਂ ਨਹੀਂ ਹੋਣਗੀਆਂ ਜਿਹਦੇ ਨਾਲ ਉਹ ਇਸ ਮੁਲਕ ਦੇ ਦੂਜੇ ਦਰਜੇ ਦੇ ਸ਼ਹਿਰੀ ਮਹਿਸੂਸ ਕਰਨ। ਕਿਉਂਕਿ ਭਾਰਤ ਦੀ ਖੂਬਸੂਰਤੀ ਇਸ ਗੱਲ ਦੇ ਵਿੱਚ ਹੈਗੀ ਆ ਕਿ ਉਹ ਅਨੇਕਤਾ 'ਚ ਏਕਤਾ 'ਚ ਵਿਸ਼ਵਾਸ ਰੱਖਦਾ। ਭਾਰਤ ਇੱਕ ਖੂਬਸੂਰਤ ਗੁਲਦਸਤਾ ਹੈਗਾ। ਸੋ ਬੜਾ ਸੈਂਸਿਟਿਵ ਇਸ਼ੂ ਹੈਗਾ, ਇਹ ਬੜਾ ਕੰਪਲੈਕਸ ਇਸ਼ੂ ਹੈਗਾ। ਮੇਰੀ ਬੜੀ ਹੰਬਲ ਰਿਕੁਐਸਟ ਹੈ ਕੇਂਦਰ ਸਰਕਾਰ ਨੂੰ ਕਿ ਅਜਿਹੇ ਮਸਲਿਆਂ ਨੂੰ ਲਾਗੂ ਕਰਨ ਤੋਂ ਪਹਿਲਾਂ ਜਿੰਨੇ ਵੀ ਸਟੇਕ ਹੋਲਡਰਸ ਨੇ, ਜਿੰਨੀਆਂ ਵੀ ਮਾਈਨੋਰਿਟੀ ਕਮਿਊਨਿਟੀਜ਼ ਨੇ, ਜਿਨ੍ਹਾਂ ਨੂੰ ਵੀ ਇਸ ਕਾਨੂੰਨ ਦੇ ਜ਼ਰੀਏ ਅਫੈਕਟ ਹੋਣ ਦਾ ਖਦਸ਼ਾ ਹੈ, ਉਹਨਾਂ ਨਾਲ ਚੰਗੀ ਤਰ੍ਹਾਂ
ਵਿਚਾਰ ਕਰਨਾ ਚਾਹੀਦਾ, ਉਹਦੇ ਵੱਖ-ਵੱਖ ਪਹਿਲੂਆਂ ਤੇ ਵਿਚਾਰ ਕਰਨਾ ਚਾਹੀਦਾ, ਵੱਖ-ਵੱਖ ਸਟੇਕ ਹੋਲਡਰਸ ਦੇ ਹਿੱਤਾਂ ਤੇ ਵਿਚਾਰ ਕਰਨਾ ਚਾਹੀਦਾ, ਫਿਰ ਹੀ ਕੋਈ ਫੈਸਲਾ ਲੈਣਾ ਚਾਹੀਦਾ। ਭਾਰਤ ਦੀ ਖੂਬਸੂਰਤੀ ਅਨੇਕਤਾ ਵਿੱਚ ਏਕਤਾ ਵਿੱਚ ਹੈ, ਅਨੇਕਤਾ ਵਿੱਚ ਏਕਤਾ ਹੀ ਸਾਡਾ ਮੁੱਖ ਸਰੋਕਾਰ ਰਹਿਣਾ ਚਾਹੀਦਾ। ਬਹੁਤ ਬਹੁਤ ਧੰਨਵਾਦ।